हैज़ब्लस प्रॉम में आप सबका स्वागत है। आज हम आपको लेकर चल रहे हैं शिल्पी हॉस्पिटल लुधियाना, अ मल्टी स्पेशलिटी हॉस्पिटल जहां पर आज के टाइम की हर मॉडर्न सुविधा मौजूद है। दूर दूर से पेशेंट यहां पर पहुंचते हैं और अपना इलाज करवाते हैं। डॉक्टर शिल्पी खन्ना और डॉक्टर गौरव खन्ना बहुत ही बढ़िया तरीके से अपनी सेवाएं दे रहे हैं और मरीजों के लिए ये हॉस्पिटल किसी वरदान से कम नहीं। अब ये हॉस्पिटल एक मल्टी स्पेशलिटी हॉस्पिटल बन चुका है जहाँ पर आज के टाइम की हर मॉडर्न सुविधा मौजूद है। और अब इस हॉस्पिटल में मुख्यमंत्री सेहत बीमा योजना के तहत पेशेंट्स का फ्री इलाज किया जा रहा है और फ्री ऑपरेशंस किए जा रहे हैं। दूर दूर से रोगी यहाँ पर पहुँच रहे हैं और इस स्कीम का बढ़ चढ़कर फायदा उठा रहे हैं। नवजात बच्चों के लिए यहाँ पर निकू की फैसिलिटी भी मौजूद है। यहाँ का स्टाफ वेल क्वालिफाइड और वेल एक्सपीरियंस्ड है। हमारी टीम ने यहाँ के डॉक्टर्स के साथ बातचीत की जिन्होंने हमें इस हॉस्पिटल के बारे में जानकारी दी। आइए लेके चलते हैं आपको शिल्पी हॉस्पिटल लुधियाना। दर्शकों पंजाब प्लस चैनल ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸ਼ਿਲਪੀ ਹਸਪੀਟਲ ਔਰ ਗੱਲ ਕਰ ਰਹੇ ਹਾਂ ਡਾਕਟਰ ਅਭਿਨਵ ਗੁਪਤਾ ਜੀ ਦੇ ਨਾਲ। ਸ਼ਿਲਪੀ ਹਸਪੀਟਲ ਜਿਹੜਾ ਕਿ ਮਲਟੀ ਸਪੈਸ਼ਲਿਟੀ ਦੀ ਜਿਹੜੀ ਹੈਗੀ ਆ ਸੇਵਾਵਾਂ ਇੱਥੇ ਦੇ ਰਿਹਾ ਹੈਗਾ ਔਰ ਡਾਕਟਰ ਸਾਹਿਬ ਐਮਡੀ ਮੈਡੀਸਨ ਦਾ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਇਹ ਹਸਪੀਟਲ ਜਿਹੜਾ ਇੱਕ ਮਲਟੀ ਸਪੈਸ਼ਲਿਟੀ ਅਪਰੋਚ ਦੇ ਨਾਲ ਸੇਵਾ ਕਰ ਰਿਹਾ ਹੈਗਾ ਜੀ, ਤੁਸੀਂ ਐਜ਼ ਐਮਡੀ ਮੈਡੀਸਨ ਆਪਣੀ ਸੇਵਾਵਾਂ ਦੇ ਰਹੇ, ਕੀ ਕਹਿਣਾ ਚਾਹੋਗੇ? ਹਜੇ ਮਤਲਬ ਜਦੋਂ ਮੈਂ ਇੱਥੇ ਆਇਆ ਸੀਗਾ ਇਹ ਹਸਪੀਟਲ ਮੈਨੂੰ ਪਤਾ ਲੱਗਿਆ ਸੀ ਵੀ ਇਹਨੂੰ 14 ਤੋਂ 15 ਸਾਲ ਹੋ ਚੁੱਕੇ ਚੱਲਦੇ ਨੂੰ। ਇਹ ਬੇਸਿਕਲੀ ਇੱਕ ਸਰਜੀਕਲ ਸੈਂਟਰ ਸੀਗਾ। ਗ੍ਰੈਜੂਅਲੀ ਹੌਲੀ ਹੌਲੀ ਪੀਡੀਆਟ੍ਰਿਕਸ, ਗਾਇਨੀ, ਮੈਡੀਸਨ ਦਾ ਕੰਮ ਵੀ ਸ਼ੁਰੂ ਹੋਇਆ। ਇੱਥੇ ਆਪਣੇ ਕੋਲ ਸੋਨੋਲੋਜੀ ਵੀ ਹੋ ਰਹੀ ਹੈ, ਐਕਸਰੇਜ਼ ਵੀ ਹੈ। ਹੁਣ ਮੇਰਾ ਇੱਥੇ ਆ ਕੇ ਬੇਸਿਕਲੀ ਮਕਸਦ ਇਹ ਹੈ ਕਿ ਇਸ ਹਸਪੀਟਲ ਨੂੰ ਅਸੀਂ ਹੋਰ ਵੱਡਾ ਕਰੀਏ, ICU ਸੈਟਅਪ ਸ਼ੁਰੂ ਕਰੀਏ। ਜਿਹੜੇ ਮੈਡੀਸਨ ਦੇ ਪੇਸ਼ੈਂਟਸ ਹੈਗੇ ਹੈ, ਜੋ कोई भी बीमारी जिस तरह अपनी शुगर होगी, BP होगी, हार्ट की दिक्कत होगी, किडनी होगी, लीवर हो गया, कोई इन्फेक्शनस हो गया, जिमें अपना TB हो गया, मैनेंजाइटिस हो गया, निमोनिया हो गया, टाइफाइड हो गया, बहुत आम बीमारियां हैगियां। हुण टाइम आने वाला है, बारिशां आने वाली हैं, उदों डेंगू का सीजन आ जाएगा। तो वो सारिया बीमारियां जिहड़ियां हैगा भी आपां हैंडल करिए इत्थे आपां घट तो घट खर्चे के अंदर। आयुष्मान अपने कोल हैगा इत्थे। आपां कोशिश करांगे भी ECHS भी डॉक्टर गौरव खन्ना हैगे अपने जो ओनर हैगे हॉस्पिटल के, डॉक्टर शिल्पी खन्ना हैगे, वो कोशिश कर रहे भी इत्थे ECHS भी शुरू किया जाए ताकि जो फैसिलिटीज़ असी मतलब सिर्फ आम बंदे ਨੂੰ ਆਪਾਂ ਪ੍ਰੋਵਾਈਡ ਨਹੀਂ ਕਰਾ ਪਾਉਂਦੇ ਉਹ ECHS ਜੋ ਹੈ ਇੰਸ਼ੋਰੈਂਸ ਦੇ ਅੰਡਰ ਕਵਰ ਕਰ ਰਿਹਾ। ਤਾਂ ਇਹ ਬਹੁਤ ਅੱਛਾ ਮਤਲਬ ਕਹਿ ਲਓ ਇੱਕ ਉਪਰਾਲਾ ਹੈ ਗਵਰਨਮੈਂਟ ਵੱਲੋਂ, ਮਿਲਟਰੀ ਵੱਲੋਂ। ਤਾਂ ਇਹ ਚੀਜ਼ਾਂ ਜੋ ਹੈ ਕਾਫੀ ਸਹੀ ਰਹਿੰਦੀਆਂ। ਗ੍ਰੈਜੂਅਲੀ ਆਪਾਂ ਹੁਣ ਇੱਥੇ ਡਾਇਲਿਸਿਸ ਯੂਨਿਟ ਵੀ ਕਮਿੰਗ ਫਿਊਚਰ ਦੇ ਵਿੱਚ ਪਲਾਨ ਹੈ ਕਿ ਸ਼ਾਇਦ ਡਾਇਲਿਸਿਸ ਯੂਨਿਟ ਸ਼ੁਰੂ ਕਰਾਂਗੇ। ਅਸੀਂ ਇੱਕ ਨੈਫਰੋਲੋਜਿਸਟ ਨਾਲ ਕੋਲੈਬੋਰੇਟ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਕੀ ਕਹਿਣਾ ਚਾਹੋਗੇ ਕਿ ਤੁਸੀਂ ਜਿਸ ਦਿਨ ਦੇ ਆਏ ਹੋ ਇੱਕ ਫੈਮਿਲੀ ਬਣ ਗਈ और गौरव खन्ना जी भी मतलब इन्नी इंटरमिक्सिंग हो गई और उन्होंने हौसला बड़ा वधिया। मैडम शिल्पी बड़े खुश है। की कहना चाहोगे कि टीम वर्क बन गया और ਤੁਹਾਡਾ ਵੀ ਮਾਈਂਡ ਮਨ ਇੱਥੇ ਆ ਕੇ ਲੱਗ ਗਿਆ, ਤੁਸੀਂ ਵੀ ਇੰਟੈਂਗਲ ਹੋ ਗਏ ਪੂਰੀ ਤਰ੍ਹਾਂ ਨਾਲ ਇਹਨਾਂ ਦੇ ਨਾਲ, ਬੰਦਾ ਫਿੱਟ ਆ ਕੇ ਜਿੱਦਾਂ ਕਹਿੰਦੇ ਆਪਾਂ ਇਹਨਾਂ ਨੂੰ ਵੀ ਆਉਂ ਵੀ ਆਪਣੇ ਛੋਟੇ ਭਰਾ ਵਾਂਗੂ ਮਤਲਬ ਉਹਨਾਂ ਨੇ ਜਾਣ ਕਰਨਾ ਸੀ। ਹਾਂਜੀ ਹਾਂਜੀ, ਨਹੀਂ ਡੈਫੀਨੇਟਲੀ ਉਹ ਤਾਂ ਹੈ ਹੀ ਹੈ ਕਿ ਮਤਲਬ ਮੈਨੂੰ ਕੰਫਰਟੇਬਲ ਇੱਕ ਐਨਵਾਇਰਨਮੈਂਟ ਮਿਲ ਗਿਆ ਹੋਇਆ ਤਾਂ ਹੀ ਮੈਂ ਇੰਨਾ ਐਫਰਟ ਕਰ ਰਿਹਾ। ਮੇਰਾ ਜੇ ਬੰਦਾ ਕੰਫਰਟੇਬਲ ਨਾ ਹੋਏ ਤਾਂ ਇੰਨਾ ਐਫਰਟ ਨਹੀਂ ਕਰਦਾ ਫਿਰ। ਤਾਂ ਸ਼ੂਗਰ ਦੀ ਆਪਾਂ ਗੱਲ ਕਰ ਲਈਏ, ਥਾਇਰਾਇਡ ਦੀ ਗੱਲ ਕਰ ਲਈਏ, ਆਪਾਂ ਫੈਟੀ ਲੀਵਰ ਦੀ ਗੱਲ ਕਰ ਲਈਏ, ਆਪਾਂ ਕਿਡਨੀ ਦੇ ਉੱਤੇ ਇਫੈਕਟ ਦੀ ਗੱਲ ਕਰ ਲਈਏ ਜਿਹੜਾ ਅੱਜਕੱਲ ਬਹੁਤ ਜ਼ਿਆਦਾ ਆ ਰਿਹਾ ਹੈਗਾ ਸ਼ੂਗਰ ਵਾਲੇ ਪੇਸ਼ੈਂਟਸ ਨੂੰ, BP ਵਾਲਿਆਂ ਨੂੰ, ਕੀ ਕਹਿਣਾ ਚਾਹੋਗੇ? ਜੋ ਸ਼ੂਗਰ, BP, ਹਾਰਟ ਦੀ ਦਿੱਕਤਾਂ ਹੈ, ਕੋਈ ਲੀਵਰ ਦੀ ਦਿੱਕਤਾਂ ਹੈ, ਇਹ ਬਿਮਾਰੀਆਂ ਤਾਂ ਹਮੇਸ਼ਾ ਤੋਂ ਹੀ ਚੱਲਦੀ ਆ ਰਹੀਆਂ। ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। ਹੁੰਦਾ ਕੀ ਸੀਗਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਇਨਫੈਕਸ਼ਨ ਕਰਕੇ ਹੀ ਇਨਸਾਨ ਦੀ ਉਮਰ ਘੱਟ ਰਹਿ ਜਾਂਦੀ ਸੀ। ਸੋ ਇਸ ਕਰਕੇ ਇਹ ਬਿਮਾਰੀਆਂ ਜਿਹੜੀਆਂ ਹੈਗੀਆਂ ਜ਼ਿਆਦਾਤਰ 50 ਸਾਲ ਤੋਂ ਜਾਂ 60 ਸਾਲ ਤੋਂ ਉੱਪਰ ਵਾਲੇ ਇਨਸਾਨਾਂ ਨੂੰ ਹੁੰਦੀ ਹੈ। ਸੋ ਇਸ ਕਰਕੇ ਇਹਨਾਂ ਬਿਮਾਰੀਆਂ ਦਾ ਇੰਨਾ ਪਤਾ ਹੀ ਨਹੀਂ ਲੱਗਦਾ ਸੀ। ਹੁਣ ਬਿਕੋਜ਼ ਆਫ ਐਡਵਾਂਸਮੈਂਟ ਇਨ ਮੈਡੀਸਨ ਜੋ ਦਵਾਈਆਂ ਆ ਗਈਆਂ, ਜੋ ਕੇਅਰ, ਹਸਪੀਟਲ ਕੇਅਰ ਬੈਟਰ ਹੋ ਗਈ ਹੈ ਹੌਲੀ ਹੌਲੀ ਪੂਰੀ ਦੁਨੀਆ ਦੇ ਵਿੱਚ ਹੀ, ਉਹਦੇ ਕਰਕੇ ਇਨਸਾਨ ਦੀ ਉਮਰ ਜਿਹੜੀ ਹੈ ਵੱਧ ਗਈ ਹੈ ਕਿਉਂਕਿ ਇਨਫੈਕਸ਼ਨਸ ਜੋ ਹੈ ਉਹ ਬੈਟਰ ਕੰਟਰੋਲ ਹੋਣੀਆਂ ਸ਼ੁਰੂ ਹੋ ਗਈਆਂ। ਸੋ ਸ਼ਿਫਟ ਜੋ ਹੋਇਆ ਕਿ ਕਮਿਊਨੀਕੇਬਲ ਡਿਜ਼ੀਜ਼ਸ ਤੋਂ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਵੱਲ, ਉਹ ਬਹੁਤ ਵੱਡਾ ਸ਼ਿਫਟ ਹੈ। ਸੋ ਇਹਦੇ ਕਰਕੇ ਇਹ ਬਿਮਾਰੀਆਂ ਉੱਭਰ ਕੇ ਆ ਗਈਆਂ। ਪਰ ਇਹਨਾਂ ਬਿਮਾਰੀਆਂ ਤੋਂ ਸਭ ਤੋਂ ਪਹਿਲਾਂ ਤਾਂ ਬਚਣਾ ਜ਼ਰੂਰੀ ਹੈ। ਹੋਣ ਤੋਂ ਪਹਿਲਾਂ ਹੀ ਬਚਾਓ ਕਰ ਲਓ ਵੀ ਫਿਟਨੈਸ ਵੱਲ ਧਿਆਨ ਦਿਓ, ਡਾਈਟ ਅੱਛੀ ਰੱਖੋ, ਲਾਈਫ ਸਟਾਈਲ ਮੋਡੀਫਿਕੇਸ਼ਨ, ਰੋਜ਼ ਐਕਸਰਸਾਈਜ਼ ਕਰੋ, ਅੱਛਾ ਖਾਓ ਪੀਓ, ਜੰਕ ਫੂਡ ਤੋਂ ਦੂਰ ਰਹੋ। ਸੋ ਇਹ ਸਾਰਾ ਕੁਛ ਤਾਂ ਚਲੋ ਆਪਾਂ ਬਚਾਉਣ ਤੋਂ। ਉਸ ਤੋਂ ਬਾਅਦ ਅਗਰ ਮੰਨ ਲਓ ਬਿਮਾਰੀ ਹੋ ਗਈ ਹੈ ਤਾਂ ਮੰਨ ਲਓ ਕਿਸੇ ਨੂੰ ਸ਼ੂਗਰ ਹੈ ਤਾਂ ਸ਼ੂਗਰ ਕੰਟਰੋਲ ਕਰਕੇ ਰੱਖਣੀ ਜ਼ਰੂਰੀ ਹੈ। ਮਿੱਠੇ ਦਾ ਪੂਰਾ ਪਰਹੇਜ਼ ਕਰੋ। ਡਾਕਟਰ ਕੋਲ ਆਪਣਾ ਰੈਗੂਲਰਲੀ ਆਪਣਾ ਹਰ ਮਹੀਨੇ ਵਿਜ਼ਿਟ ਕਰੋ, ਉਹਨਾਂ ਨੂੰ ਦਿਖਾਓ ਕਿ ਹਾਂ ਵੀ ਮੇਰੀ ਸ਼ੂਗਰ ਇੰਨੀ ਆ ਗਈ ਹੈ, ਇੰਨੀ ਨਹੀਂ ਆ ਗਈ। ਤਾਂ ਉਸ ਹਿਸਾਬ ਨਾਲ ਉਹਨੂੰ ਜੋ ਹੈ ਦਵਾਈਆਂ ਨੂੰ ਚੇਂਜ ਕੀਤਾ ਜਾ ਸਕਦਾ ਤਾਂ ਕਿ ਹਾਰਟ ਦੀ ਜੋ ਬਿਮਾਰੀਆਂ ਸ਼ੂਗਰ ਕਰਕੇ ਜੋ ਹੋ ਸਕਦੀਆਂ ਉਹ ਤੋਂ ਬਚਾਅ ਹੋ ਸਕਦਾ ਹੈ।
ਬ੍ਰੇਨ ਦਾ ਜੋ ਸਟ੍ਰੋਕ ਦੀ ਦਿੱਕਤ ਹੈਗੀ ਆ ਉਹ ਤੋਂ ਬਚਾ ਕੀਤਾ ਜਾ ਸਕਦਾ ਹੈ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਆਪਾਂ ਗੱਲ ਕਰ ਲਈਏ ਅੱਜ ਦੇ ਯੁੱਗ ਦੇ ਵਿੱਚ ਬੀਪੀ ਦੀ ਗੱਲ ਕਰ ਲਈਏ, ਆਪਾਂ ਗੱਲ ਕਰ ਲਈਏ ਫੈਟੀ ਲਿਵਰ ਦੀ ਗੱਲ ਕਰ ਲਈਏ, ਕੀ ਕਹਿਣਾ ਚਾਹੋਗੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਦੇ ਲਈ ਤੁਸੀਂ ਵੈਲਨੈਸ ਤੇ ਕੰਮ ਕਰਦੇ ਹੋ? ਜਿਹੜੇ ਪੇਸ਼ੈਂਟ ਜੁੜ ਜਾਂਦੇ ਆ, ਹੁਣ ਵੀ ਬਾਪੂ ਜੀ ਆਏ, ਤੁਸੀਂ ਕਿੱਦਾਂ ਉਹਨਾਂ ਨੂੰ ਸਾਰਾ ਡੀਲ ਕੀਤਾ? ਮਾਤਾ ਜੀ, ਕਿਉਂਕਿ ਜਦੋਂ ਏਜ ਹੋ ਜਾਂਦਾ ਬੰਦਾ ਮਲਟੀ ਸੈਂਸਿਸ ਹੋ ਜਾਂਦਾ, ਬਹੁਤ ਜ਼ਿਆਦਾ ਪ੍ਰੋਬਲਮ ਉਹਨਾਂ ਨੂੰ ਵੱਧ ਜਾਂਦੀਆਂ। ਬਜ਼ੁਰਗਾਂ ਨੂੰ ਹੁੰਦਾ ਵੀ ਚਲ ਸਾਡੇ ਨਾਲ ਜਿਹੜੇ ਵੀ ਸਾਡੇ ਸਾਥੀ ਆ ਉਹ ਠੀਕ ਠਾਕ ਰਹਿਣ, ਔਰ ਉਹਦੇ ਲਈ ਤੁਸੀਂ ਵੈਲਨੈਸ ਤੇ ਕੰਮ ਕਰਦੇ ਹੋ, ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ, ਉਹਨਾਂ ਨੂੰ ਈਜ਼ੀਲੀ ਹਰ ਚੀਜ਼ ਸਮਝਾ ਕੇ ਵੀ ਭਾਈ ਇਦਾਂ ਨਹੀਂ ਇਦਾਂ ਹੋਣਾ। ਇਸ ਤਰ੍ਹਾਂ ਹੈ ਕਿ ਹੁਣ ਜਿਸ ਤਰ੍ਹਾਂ ਅੰਕਲ ਆਏ ਸੀਗੇ, ਉਹ ਆਂਟੀ ਉਹਨਾਂ ਦੇ ਜਿਹੜੇ ਵਾਈਫ ਹੈਗੇ ਆ ਉਹਨਾਂ ਨੂੰ ਇਸ਼ੂਜ਼ ਜ਼ਿਆਦਾ ਹੈਗੇ ਆ, ਸ਼ੂਗਰ ਹੈ, ਬੀਪੀ ਹੈ, ਹਾਰਟ ਦੀ ਦਿੱਕਤ ਹੈ, ਪੇਸਮੇਕਰ ਪਿਆ ਹੋਇਆ ਹੈ, ਫੇਫੜੇ ਉਹਨਾਂ ਦੇ ਖਰਾਬ ਹੋਣੇ ਸ਼ੁਰੂ ਹੋ ਗਏ ਆ ਬਿਕੋਜ਼ ਆਫ ਡਿਫਰੈਂਟ ਰੀਜ਼ਨਸ। ਉਹ ਹਜੇ ਅੰਡਰ ਇਵੈਲੂਏਸ਼ਨ ਹੈਗੇ, ਉਹਨਾਂ ਨੇ ਚਲੋ ਮੰਨ ਲਓ ਟੈਸਟ ਵੀ ਨਹੀਂ ਕਰਵਾਏ, ਮੈਂ ਉਹਨਾਂ ਨੂੰ ਦੁਬਾਰਾ ਇਨਸਿਸਟ ਕਰ ਰਿਹਾ ਵੀ ਅੰਕਲ ਕਰਵਾ ਕੇ ਲਿਆਓ, ਇੱਦਾਂ ਪਤਾ ਨਹੀਂ ਲੱਗਦਾ ਹੁੰਦਾ, ਦਵਾਈਆਂ ਉਸ ਹਿਸਾਬ ਨਾਲ ਆਪਾਂ ਚੇਂਜ ਕਰਦੇ ਹਾਂ। ਹੁਣ ਉਹ ਕਹੀ ਜਾਂਦੇ ਆ ਕਿ ਜੀ ਪੇਟ ਦੀ ਦਿੱਕਤ ਹੈ ਜੀ ਜ਼ਿਆਦਾ। ਮੈਂ ਕਿਹਾ ਅੰਕਲ ਮੇਰੇ ਵਾਸਤੇ ਆਂਟੀ ਨੂੰ ਮੈਂ ਪੂਰਾ ਦਾ ਪੂਰਾ ਦੇਖਣਾ, ਮੈਂ ਪੇਟ ਦਾ ਵੀ ਦੇਖੂੰਗਾ, ਲੇਕਿਨ ਬਾਕੀ ਚੀਜ਼ਾਂ ਤੁਸੀਂ ਕਰਵਾ ਕੇ ਨਹੀਂ ਲਿਆਓ, ਕਰਵਾ ਕੇ ਲਿਆਓ। ਸੋ ਕੰਪਲੀਟ ਜੋ ਹੋਲਿਸਟਿਕ ਅਪਰੋਚ ਹੈ, ਇੱਕ ਐਮਡੀ ਮੈਡੀਸਨ ਦੀ ਹੋਲਿਸਟਿਕ ਅਪਰੋਚ ਹੋਣੀ ਚਾਹੀਦੀ ਹੈ। ਉਹ ਤੁਸੀਂ ਸਰ ਉੱਥੇ ਲੋਕਾਂ ਨੂੰ ਦੇ ਰਹੇ ਹੋ ਔਰ ਸਾਨੂੰ ਸਮਾਂ ਦੇਣ ਦੇ ਲਈ ਡਾਕਟਰ ਸਾਹਿਬ। ਔਰ ਇਹ ਹਸਪੀਟਲ ਜਿਹੜਾ ਹੁਣ ਹਾਰਟ ਦੇ ਮਰੀਜ਼ਾਂ ਦੇ ਲਈ, ਜਿਹੜਾ ਹੁਣ ਸ਼ੂਗਰ ਦੇ ਜਿਹੜੇ ਕ੍ਰਿਟੀਕਲ ਪੇਸ਼ੈਂਟ ਹੈਗੇ ਆ, ਜਿਹੜੇ ਜਿਨ੍ਹਾਂ ਦੇ ਪੈਰਾਂ ਦੇ ਅਸਰ ਹੋ ਚੁੱਕਿਆ, ਜਿਨ੍ਹਾਂ ਦੇ ਅੱਖਾਂ ਦੇ ਅਸਰ ਹੋ ਚੁੱਕਿਆ, ਜਿਨ੍ਹਾਂ ਦੇ ਕਿਡਨੀਆਂ ਦੇ ਅਸਰ ਹੋ ਚੁੱਕਿਆ, ਇਹ ਹਸਪੀਟਲ ਸੇਵਾ ਦੇ ਵਿੱਚ ਲੱਗਿਆ ਹੋਇਆ। ਡਾਕਟਰ ਸਾਹਿਬ ਜਿਹੜੇ ਬੜੇ ਯੰਗ ਬਲੱਡਡ, ਬੜੇ ਐਨਰਜੈਟਿਕ ਨੇ, ਜਿਹੜੇ ਬੜੀ ਐਨਰਜੀ ਦੇ ਨਾਲ ਬਹੁਤ ਮਿਹਨਤ ਕਰਦੇ ਨੇ, ਔਰ ਪਰਮਾਤਮਾ ਕਰੇ ਐਨਰਜੀ ਇਹਨਾਂ ਦੀ ਬਰਕਰਾਰ ਰਹੇ। ਦੇਖੋ ਪੂਰੀ ਓਪੀਡੀ ਦੇਖ ਚੁੱਕਿਆ, ਲੇਕਿਨ ਐਨਰਜੀ ਲੈਵਲ ਜਿਹੜੇ ਹੈਗੇ ਆ ਪੂਰੇ ਹਾਈ ਨੇ, ਤਾਂ ਸਭ ਬਹੁਤ ਧੰਨਵਾਦ। ਥੈਂਕ ਯੂ। ਦਰਸ਼ਕੋ, ਪੰਜਾਬ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸ਼ਿਲਪੀ ਹਸਪੀਟਲ ਔਰ ਗੱਲ ਕਰ ਰਹੇ ਹਾਂ ਡਾਕਟਰ ਰਾਘਵ ਗਾਂਧੀ ਜੀ ਦੇ ਨਾਲ, ਜਿਹੜੇ ਕਿ ਪੈਡੀਟੀਸ਼ੀਅਨ ਨੇ, ਸੇਵਾ ਦੇ ਰਹੇ ਨੇ। ਡਾਕਟਰ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮਚ, ਵੈਲਕਮ। ਦੱਸੋ ਕੀ ਕਹਿਣਾ ਚਾਹੋਗੇ ਕਿ ਇਹ ਹਸਪੀਟਲ ਜਿਹੜਾ ਇੱਕ ਮਲਟੀ ਸਪੈਸ਼ਲਿਟੀ ਜਿਹੜੀ ਹੈਗੀ ਅਪਰੋਚ, ਜਿਹਦੇ ਵਿੱਚ ਗੈਨਕੋਲੋਜਿਸਟ, ਜਿਹਦੇ ਵਿੱਚ ਪੈਡੀਟੀਸ਼ੀਅਨ, ਜਿਹਦੇ ਵਿੱਚ ਐਮਡੀ ਮੈਡੀਸਨ, ਜਿਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਡਾਕਟਰਸ ਅਵੇਲੇਬਲ ਹੈ। ਬਿਲਕੁਲ, ਸਾਡੇ ਕੋਲ ਇੱਥੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਮੈਂ ਪੈਡੀਆਟ੍ਰੀਸ਼ੀਅਨ ਐਜ਼ ਐਮਡੀ ਪੈਡੀਆਟ੍ਰੀਸ਼ੀਅਨ ਇੱਥੇ ਹੈਗਾ। ਹੁਣ ਇੱਥੇ ਜਿਹੜੀ ਵੀ ਡਿਲੀਵਰੀ ਹੁੰਦੀ ਹੈ, ਭਾਵੇਂ ਉਹ ਪ੍ਰੀ ਟਰਮ ਹੋਵੇ, ਭਾਵੇਂ ਟਰਮ ਹੋਵੇ, ਭਾਵੇਂ ਬੱਚੇ ਨੂੰ ਪਹਿਲਾਂ ਹੀ ਕੁਝ ਦਿੱਕਤ ਆ ਰਹੀ ਹੋਵੇ ਪੇਟ ਦੇ ਵਿੱਚ ਮਾਂ ਦੇ, ਉਹਦਾ ਆਪਾਂ ਸਾਰਾ ਟਰੀਟਮੈਂਟ ਇੱਥੇ ਕਰਦੇ ਹਾਂ। ਠੀਕ ਹੈ, ਜਿੱਦਾਂ ਹੁਣ ਜਨਮ ਹੁੰਦੇ ਸਾਰ ਹੀ ਮੈਂ ਹੀ ਡਿਲੀਵਰ ਕਰਦਾ, ਜਨਮ ਹੁੰਦੇ ਸਾਰ ਹੀ ਜਿੱਦਾਂ ਹੀ ਮੈਂ ਬੇਬੀ ਰਿਸੀਵ ਕਰਦਾ, ਉਸੇ ਟਾਈਮ ਤੋਂ ਉਸ ਤਰ੍ਹਾਂ ਦਾ ਟਰੀਟਮੈਂਟ ਚਾਲੂ ਹੋ ਜਾਂਦਾ। ਠੀਕ ਹੈ, ਤੇ ਉਸ ਤੋਂ ਬਾਅਦ ਸਾਡੇ ਕੋਲ ਉੱਪਰ NICU ਫੈਸਿਲਿਟੀ, ਜਿਹਦੇ ਵਿੱਚ ਫੋਟੋਥੈਰੇਪੀ ਹੋ ਗਿਆ, ਆਕਸੀਜਨ ਹੋ ਗਿਆ, ਹੋਰ ਬੱਚਿਆਂ ਨੂੰ ਕਿ ਅੱਜ ਕੱਲ੍ਹ ਬਿਮਾਰੀ ਕੋਈ ਹੈ, ਜਿੱਦਾਂ ਬ੍ਰੇਨ ਦੀ ਬਿਮਾਰੀ ਹੋ ਗਈ, ਪਿੱਠ ਦੀ ਬਿਮਾਰੀ ਹੋ ਗਈ ਕੁਝ, ਤੇ ਉਹ ਵੀ ਸਾਰਾ ਅਸੀਂ ਟਰੀਟਮੈਂਟ ਇੱਥੇ ਕਰਦੇ ਹਾਂ। ਦੱਸੋ ਕੀ ਕਹਿਣਾ ਚਾਹੋਗੇ ਕਿ ਵੈਕਸੀਨੇਸ਼ਨ ਜਿਹੜੀ ਬਹੁਤ ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ, ਉਹਦੇ ਲਈ ਵੀ ਤੁਸੀਂ ਅਵੇਅਰ ਕਰਦੇ ਹੋ ਜਿਹੜੇ ਪੇਰੈਂਟਸ ਆਉਂਦੇ ਆ ਤੁਹਾਡੇ ਕੋਲ ਵੀ ਭਾਈ ਇਹਦੀ ਵੈਕਸੀਨੇਸ਼ਨ ਜ਼ਰੂਰੀ? ਬਿਲਕੁਲ। ਦੇਖੋ, ਵੈਕਸੀਨੇਸ਼ਨ ਤਾਂ ਸਰਕਾਰ ਨੇ ਵੀ ਕਿਹਾ ਹੈ ਤੇ ਅਸੀਂ ਵੀ ਕਹਿੰਦੇ ਹਾਂ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਲਈ, ਕਿਉਂਕਿ ਅੱਜ ਕੱਲ੍ਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਪਿਓਰਿਟੀ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਤੇ ਇਨਫੈਕਸ਼ਨਸ ਵੱਧਦੀ ਜਾ ਰਹੀ ਹੈ। ਉਹਨਾਂ ਦੀ ਜਿੱਦਾਂ ਪਹਿਲਾਂ ਕੀਟਾਣੂ ਸੀਗੇ ਨਾ, ਹੋਰ ਮਿਊਟੇਟ ਹੋ ਕੇ ਹੋਰ ਸੀਰੀਅਸ ਹੋਏ ਜਾ ਰਹੇ ਹੈ, ਤੇ ਇਸ ਕਾਰਨ ਵੈਕਸੀਨੇਸ਼ਨ ਹੀ ਇੱਕ ਇੱਦਾਂ ਹੀ ਚੀਜ਼ ਹੈ ਜੋ ਕਿ ਛੋਟੇ ਬੱਚਿਆਂ ਨੂੰ ਵੱਡੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਡਾਕਟਰ ਸਾਹਿਬ, ਜਿਵੇਂ ਸਰਵਾਈਕਲ ਕੈਂਸਰ ਦੀ ਆਪਾਂ ਗੱਲ ਕਰ ਲਈਏ, ਉਹਦੇ ਲਈ ਵੀ ਤੁਸੀਂ ਗਾਈਡ ਕਰਦੇ ਹੋ? ਭਾਈ ਮੁੰਡਿਆਂ ਨੂੰ ਵੀ ਲਗਵਾਉਣੀ ਚਾਹੀਦੀ ਆ ਔਰ ਕੁੜੀਆਂ ਨੂੰ ਵੀ, ਔਰ ਜਦੋਂ ਉਸ ਏਜ ਆ ਜਾਂਦੇ, ਜਦੋਂ ਮੈਂਸਟਰੂਅਲ ਪੀਰੀਅਡ ਸ਼ੁਰੂ ਹੋ ਜਾਂਦਾ, ਕੀ ਕਹਿਣਾ ਚਾਹੋਗੇ? ਬਿਲਕੁਲ, ਇਹ 9 ਸਾਲ ਤੋਂ ਉੱਪਰ ਜੀ, ਜਿੱਦਾਂ ਹੀ ਬੱਚਾ 9 ਸਾਲ ਦਾ ਹੋ ਜਾਂਦਾ ਹੈ ਤਾਂ ਹੀ ਵੈਕਸੀਨੇਸ਼ਨ ਉਸ ਤੋਂ ਹੀ ਲਗਾਉਂਦੇ ਹਾਂ ਅਸੀਂ। ਇਹ ਹੁਣ ਅਸੀਂ ਦੇਖਿਆ ਗਿਆ, ਇਹ ਵੈਕਸੀਨੇਸ਼ਨ ਤੋਂ ਬਾਅਦ ਸਟੱਡੀ ਹੋਈ ਹੈ, ਜਿਹੜੀ HPV ਵੈਕਸੀਨੇਸ਼ਨ ਆਈ ਹੈ, ਇਹ ਬੱਚਿਆਂ ਨੂੰ ਸਰਵਾਈਕਲ, ਜਿਹੜੀ ਕੁੜੀਆਂ ਹੈਗੀਆਂ ਉਹਨਾਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਂਦੀ ਹੈ, ਜਿਹੜੇ ਮੇਲ ਹੈਗੇ ਉਹਨਾਂ ਨੂੰ ਮੇਲ ਦੇ ਉੱਤੇ ਕੈਂਸਰ ਤੋਂ ਬਚਾਉਂਦੀ ਹੈ। ਇਹ ਸਟੱਡੀ ਦੇ ਆਇਆ ਗਿਆ ਹੈ ਕਿ ਜਿੰਨਾਂ ਨੇ ਵੀ ਵੈਕਸੀਨੇਸ਼ਨ ਕਰਾਈ ਹੈ, ਉਹਨਾਂ ਦੇ ਵਿੱਚ ਚਾਂਸਿਸ ਉਹ 80 ਤੋਂ 90% ਬਿਲਕੁਲ ਰਿਡਿਊਸ ਹੋ ਚੁੱਕੇ ਹੈ, ਤੇ ਇਸ ਕਾਰਨ ਇਹ ਬਹੁਤ ਇਫੈਕਟਿਵ ਹੈ। ਸਰਕਾਰ ਵੀ ਕਹਿੰਦੀ ਹੈ, ਅਸੀਂ ਵੀ ਸਾਰਿਆਂ ਨੂੰ ਕਹਿੰਦੇ ਹਾਂ ਕਿ ਬਈ ਇਹ ਵੈਕਸੀਨੇਸ਼ਨ ਜ਼ਰੂਰ ਲਵਾਓ। ਤੁਸੀਂ ਜਿੱਦਾਂ ਹੀ ਤੁਹਾਡਾ ਬੱਚਾ, ਬੇਟੀ ਹੈ, ਬੇਟਾ ਹੈ, 9 ਸਾਲ 10 ਸਾਲ ਤੋਂ ਉੱਪਰ ਜਿੱਦਾਂ ਹੀ ਹੋ ਜਾਂਦਾ ਹੈ, ਨਾਲ ਤੁਰੰਤ ਹੀ ਵੈਕਸੀਨੇਸ਼ਨ ਹੀ ਕਰਵਾਓ। ਦੱਸੋ, ਅੱਜ ਕੱਲ੍ਹ ਇੱਕ ਬੱਚਾ ਬਹੁਤ ਪ੍ਰੀਸ਼ੀਅਸ ਬੱਚੇ ਆ, ਹਰੇਕ ਦੇ ਬੜਾ ਲੋਕਾਂ ਦਾ ਦਿਲ ਘਬਰਾ ਜਾਂਦਾ, ਥੋੜ੍ਹਾ ਜਿਹਾ ਬੁਖਾਰ ਚੜ੍ਹ ਜਾਵੇ ਤਾਂ ਕੀ ਕਹਿਣਾ ਚਾਹੋਗੇ ਕਿ ਘਬਰਾਉਣਾ ਨਹੀਂ ਹੈ? ਜੇ ਬੁਖਾਰ ਵੀ ਚੜ੍ਹਦਾ ਹੈਗਾ, ਬੁਖਾਰ ਅੰਦਰ ਦੀ ਇਨਫੈਕਸ਼ਨ ਖਤਮ ਕਰਨੀ ਅਸੀਂ, ਫਿਰ ਬੁਖਾਰ ਸਹੀ ਹੋਊਗਾ। ਬੁਖਾਰ ਕੋਈ ਚੀਜ਼ ਨਹੀਂ ਹੈ, ਕੋਈ ਇੰਨੀ ਘਬਰਾਉਣ ਦੀ ਲੋੜ ਨਹੀਂ ਹੈ, ਲੇਕਿਨ ਅਗਰ ਬੁਖਾਰ ਜਿਹੜਾ ਹੈਗਾ 103-4 ਤੋਂ ਵੱਧ ਜਾਂਦਾ ਹੈਗਾ, ਫਿਰ ਤੁਸੀਂ ਜ਼ਰੂਰ ਆਪਣੇ ਕਿਸੇ ਜਿਹੜਾ ਜਲਦੀ ਸਪੈਸ਼ਲਾਈਜ਼ਡ ਜਗ੍ਹਾ ਤੇ ਲੈ ਕੇ ਜਾਓ। ਬਿਲਕੁਲ। ਦੇਖੋ, ਬੁਖਾਰ ਦਾ ਇੱਕ ਸਿੰਪਟਮ ਹੈ, ਠੀਕ ਹੈ, ਜਿੱਦਾਂ ਹੁਣ ਬਾਡੀ ਸਿੰਪਟਮ ਦੱਸਦੀ ਹੈ ਕਿ ਵੀ ਮੇਰੇ ਅੰਦਰ ਇਨਫੈਕਸ਼ਨ ਹੈਗੀ ਹੈ, ਉਹ ਕਿੱਦਾਂ ਦੱਸੇਗੀ?
ਉਹ ਇਦਾਂ ਬੁਖਾਰ ਨਾਲ ਖਾਂਸੀ ਨਾਲ ਇਹ ਚੀਜ਼ਾਂ ਨਾਲ ਸਾਨੂੰ ਦੱਸਦੀ ਹੈ। ਠੀਕ ਹੈ, ਹੁਣ ਉਹ ਸਾਡੀ ਐਕਸਪਰਟਿਜ਼ ਇੱਥੇ ਆਉਂਦੀ ਹੈ ਕਿ ਵੀ ਅਸੀਂ ਬੱਚੇ ਨੂੰ ਕਿਸ ਤਰ੍ਹਾਂ ਦਾ ਬੁਖਾਰ ਆ ਰਿਹਾ, ਬੱਚੇ ਨੂੰ ਕਿੰਨੇ ਟਾਈਮ ਦਿਨ ਦੇ ਵਿੱਚ ਬੁਖਾਰ ਆ ਰਿਹਾ, ਕਿੰਨਾ ਡਿਗਰੀ ਦਾ ਬੁਖਾਰ ਆ ਰਿਹਾ, ਉਹਦੇ ਅਕੋਰਡਿੰਗ ਅਸੀਂ ਉਹਦਾ ਇਲਾਜ ਉਸ ਤਰ੍ਹਾਂ ਦਾ ਦਵਾਈਆਂ ਦਾ ਚਾਲੂ ਕਰ ਸਕਦੇ ਹਾਂ। ਤੇ ਜਿੱਦਾਂ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਜਿੱਦਾਂ ਹੁਣ ਅੱਜ ਕੱਲ੍ਹ ਕੀ ਹੈ ਕਿ 98 ਡਿਗਰੀ ਵੀ ਆ ਗਿਆ, 99 ਡਿਗਰੀ ਵੀ ਆ ਗਿਆ, ਉਹ 'ਚ ਵੀ ਘਬਰਾ ਜਾਂਦੇ ਆ। ਉਹ 'ਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜਦ ਤੱਕ ਕਿ 100 ਡਿਗਰੀ ਤੋਂ ਉੱਪਰ ਬੁਖਾਰ ਜਾਵੇ ਤਾਂ ਅਸੀਂ ਉਹਨੂੰ ਮੈਡੀਸਿਨ ਦੇ ਕੇ ਉਹਨੂੰ ਕਿਉਰ ਕਰੀਏ। 97 98 ਡਿਗਰੀ 99 ਡਿਗਰੀ ਨੂੰ ਅਸੀਂ ਬੁਖਾਰ ਨਹੀਂ ਕਹਿੰਦੇ। ਉਹ ਨਾਰਮਲ ਟੈਂਪਰੇਚਰ, ਕਈ ਵਾਰ ਬੱਚੇ ਜਿਹੜੇ ਨਿਊਬੋਰਨਸ ਹੁੰਦੇ ਆ, ਛੋਟੇ ਬੱਚੇ ਹੁੰਦੇ ਆ 3-4 ਮਹੀਨੇ ਉਸ ਤੋਂ ਵੀ ਥੋੜੇ, ਉਹਨਾਂ ਦਾ ਨਾਰਮਲ ਟੈਂਪਰੇਚਰ ਹੀ ਉਨਾ ਹੁੰਦਾ ਹੈ ਤੇ ਉਹਦੇ ਲਈ ਘਬਰਾਉਣ ਦੀ ਲੋੜ ਨਹੀਂ ਹੈ। ਅਸਲ ਐਲਰਜਿਕ ਬ੍ਰੌਂਕਾਈਟਿਸ ਜਿਹੜਾ ਕਿ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਤੋਂ ਸ਼ੁਰੂ ਹੋ ਜਾਂਦਾ ਹੈਗਾ, ਲੋਕ ਘਬਰਾ ਜਾਂਦੇ ਆ, ਪਫ ਤੋਂ ਘਬਰਾ ਜਾਂਦੇ ਹੈਗੇ ਕਿ ਨਹੀਂ ਪਫ ਨਹੀਂ, ਅਸੀਂ ਉਹ ਇਨਹੇਲਰ ਨਹੀਂ ਲੈਣਾਗਾ, ਉੱਦਾਂ ਨਹੀਂ ਕਰਨਾ, ਬੜਾ ਲੋਕਾਂ ਦੇ ਦਿਮਾਗ ਕੀ ਕਹਿਣਾ ਚਾਹੋਗੇ ਕਿ ਆਟੋਮੈਟਿਕਲੀ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਉਹਦੀ ਜਿਹੜੀ ਪਾਵਰ ਵਧਦੀ ਜਾਂਦੀ ਆ, ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਇਹ ਸਾਰੀਆਂ ਜ਼ਿੰਦਗੀ ਦੇ ਹਿੱਸੇ ਨੇ। ਬਿਲਕੁਲ ਬਿਲकुल, देखो कोई भी छोटा बच्चा ਜਿਹਨੂੰ ਮੰਨ ਲਓ ਐਲਰਜੀ ਹੋ ਗਈ ਹੈ, ਅਸਥਮਾ ਹੋ ਗਿਆ ਹੈ, ਉਹਨੂੰ ਤਾਂ ਨੈਬੂਲਾਈਜੇਸ਼ਨ ਦੀ ਲੋੜ ਪੈਣੀ, ਉਹਨੂੰ ਪੰਪ ਦੀ ਲੋੜ ਪੈਣੀ ਹੈ। ਉਹਨੇ ਪੰਪ ਨੂੰ, ਤੁਸੀਂ ਇਹ ਨਾ ਸੋਚੋ ਕਿ ਵੀ ਬੱਚੇ ਨੂੰ ਬਾਹਰ ਲੋਕੀ ਕੀ ਕਹਿਣਗੇ ਜਾਂ ਇੱਧਰੋਂ ਕੀ ਕਹਿਣਗੇ ਕਿ ਬੱਚਾ ਪੰਪ ਲੈਂਦਾ ਹੈ। ਇਸ ਤੋਂ ਇਲਾਵਾ ਤੁਸੀਂ ਇਹ ਚੀਜ਼ ਸੋਚੋ ਕਿ ਉਹ ਲੈਣ ਤੋਂ ਬਾਅਦ ਬੱਚਾ ਆਰਾਮ ਨਾਲ ਸੋਚਦਾ ਰਿਹਾ, ਬੱਚਾ ਆਰਾਮ ਨਾਲ ਆਪਣੀ ਲਾਈਫ ਜੀ ਰਿਹਾ, ਬੱਚਾ ਆਰਾਮ ਨਾਲ ਸਕੂਲ ਜਾ ਰਿਹਾ, ਪੜ੍ਹ ਰਿਹਾ, ਸਭ ਕੁਝ ਕਰ ਰਿਹਾ। ਜੇ ਤੁਸੀਂ ਉਹ ਦਵਾਈ ਨਹੀਂ ਦਿਓਗੇ ਤਾਂ ਉਹਦੇ ਕੋਲ ਨਾ ਪੜ੍ਹਿਆ ਜਾਣਾ, ਨਾ ਖੜਾ ਹੋ ਜਾਣਾ, ਨਾ ਖੇਡਿਆ ਜਾਣਾ, ਕੁਝ ਵੀ ਨਹੀਂ ਕੀਤਾ ਜਾਣਾ। ਤੇ ਇਸ ਕਾਰਨ ਇਸ ਚੀਜ਼ ਤੋਂ ਵਹਿਮ ਨੂੰ ਦੂਰ ਹਟਾ ਕੇ ਇਹਨੂੰ ਜੋ ਵੀ ਟ੍ਰੀਟਮੈਂਟ ਹੈ, ਇਹਦਾ ਹੁਣ ਇੰਨੇ ਵਧੀਆ ਟ੍ਰੀਟਮੈਂਟ ਆ ਗਏ ਹੈ ਕਿ ਅਸੀਂ ਜਲਦ ਟਾਈਮ ਦੇ ਵਿੱਚ, ਛੋਟੇ ਟਾਈਮ ਦੇ ਵਿੱਚ ਇਹਨੂੰ ਜੜ ਤੋਂ ਦੂਰ ਕਰ ਸਕਦੇ ਹਾਂ। ਦੱਸੋ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਝ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ ਵੈਰੀ। दर्शकों, पंजाब प्लस चैनल पे आपका स्वागत है। आज मैं हैं शिल्पी हॉस्पिटल, जो कि सर्जरी का एक बहुत बड़ा केंद्र है, और बात कर रहे हैं डॉक्टर साहब के साथ, डॉक्टर शिल्पी जी के साथ। और डॉक्टर साहब के साथ जो ये तो देखिए ना, मतलब एक घी खिचड़ी का जैसे रिश्ता होता है, एक एनेस्थीसिया वाले का और एक सर्जन का, और ये दोनों एक ही हॉस्पिटल में मौजूद हैं। डॉक्टर साहब आपका और मैडम आपका स्वागत है हमारे फैशन शो। थैंक यू जी। जी डॉक्टर साहब, क्या कहना चाहेंगे कि आज का जो युग है जिसमें बहुत सारी स्कीम जो इस हॉस्पिटल में लागू हो रही हैं, आयुष्मान की हम बात कर लें, क्या कहना चाहेंगे कि अब सर्जरी फ्री है? बिल्कुल, आइए, पेशेंट जो भी सर्जरी कराना चाहता है उसके लिए लेप्रोस्कोपिक सर्जरी, जो ओपन सर्जरी बिल्कुल फ्री है। जी, मैं इसके लिए मुख्यमंत्री भगवंत मान जी का शुक्रिया अदा करना चाहूँगी, जिन्होंने ये 10 लाख वाला कार्ड शुरू करा है। इस कार्ड पे उन्होंने गॉल ब्लैडर की सर्जरी, अपेंडिक्स की सर्जरी, हाइड्रोसील, गुर्दे की पथरी, इन सब का इलाज बिल्कुल फ्री कर दिया है, कैशलेस है। और हमारे अस्पताल में इसकी पूरी सुविधा उपलब्ध है। इससे गरीब भाई बहनों का बहुत भला हो रहा है। जो मरीज़ पैसों की दिक्कत करके ऑपरेशन नहीं करा पा रहे थे, वो इस कार्ड में ज़्यादा से ज़्यादा फ़ायदा उठाएँ, अपना लाभ उठाएँ, तो अपनी सर्जरी कैशलेस उस पर करा सकते हैं हमारे साथ। जैसे क्या कहना चाहेंगे कि यहाँ सबसे बड़ी बात है कि राउंड दी क्लॉक एनेस्थीसिया हमारे पास है, और ये एक बड़ी एक ताकत है। और क्रिटिकल केयर में जैसे आप लोग का आईसीयू, यहाँ पर ओटी, हर चीज़ बहुत ही मेंटेन है। जी बिल्कुल, 24 आवर्स सुविधाएं उपलब्ध हैं। आईसीयू हमारा डेवलप्ड है, हमारे पूरे बेड्स अवेलेबल हैं यहाँ पर, सारे मल्टी स्पेशलिटी डॉक्टर्स अवेलेबल हैं, मेडिसिन के, सर्जरी के, ऑर्थोपेडिशियन, यूरोलॉजिस्ट, सारी सुविधाएं हमारी उपलब्ध हैं यहाँ अस्पताल में। जैसा कौन कौन से ऑपरेशन आप यहाँ पर कर रहे हैं? सर, वैसे तो हम सारी सर्जरीज कर रहे हैं, ओपन भी कर रहे हैं, और लेज़र, लेप्रो वाली सर्जरी भी सारी हो रही हैं। और अभी जो कैशलेस सुविधा जो 10 लाख कार्ड पे अभी उपलब्ध हो रखी है, वो गुर्दे की पथरी है, हाइड्रोसील, अपेंडिक्स, और सबसे जो इम्पोर्टेंट जिससे लोग परेशान हैं, पित्ते की पथरी का ऑपरेशन, जो इस कार्ड पे कैशलेस पे उपलब्ध है हमारे पास। जैसे क्या कहना चाहेंगे कि आपने अब इस हॉस्पिटल को साथ में मल्टी स्पेशलिटी भी बना लिया, और सारी स्कीम में आपका हमेशा माइंड रहता है कि नहीं, हम लोग लोड़वंद लोगों की सहायता करें, और उसी देश को लेकर ये शिल्पी खोला था, जो आज 25 साल से ज़्यादा समय हो गए इस हॉस्पिटल को सेवा करते हुए। इसमें हमारे पास सारी फैसिलिटीज अवेलेबल हैं, बहुत सारे स्पेशलिस्ट भी ज्वाइन कर चुके हैं हमें, मेडिसिन वाले, गायनी वाले, इसके अलावा यूरोलॉजिस्ट, प्लास्टिक सर्जन, पीडियाट्रिशियन, ये सारे अवेलेबल हैं। और सभी के साथ से, सभी के प्यार से हमने इस हॉस्पिटल डेवलप किया है, और भी बहुत सारे डिपार्टमेंट्स में ऐड किए हैं ताकि हम आपकी सेवा में हाजिर हो जाए। जैसा निक्कू तक की फैसिलिटी आप लोग पीडियाट्रिशियन के साथ लेकर आए हैं, क्या कहना चाहेंगे कि आप लोग हमेशा ये रहता है कि हम लोग जो भी नई से नई चीज़ आए शिल्पी पे हम लोग पहले लाए। अगर हम लोग एमडी मेडिसिन को लेकर आए हैं, तो आने वाले समय में हम लोग को यहाँ डायलिसिस यूनिट हम लोग इसको भी एक्सटेंड करेंगे। ज़रूर, हमारी यही कोशिश रहेगी कि जो फैसिलिटीज हैं इनको और एक्सटेंड किया जाए ताकि मैक्सिमम लोगों की हम सेवा कर सकें। और आईसीयू फैसिलिटी, इसके अलावा मेडिसिन फैसिलिटी,
राउंड द क्लॉक मरीजों को मिल सके। मैडम क्या कहना चाहेंगे कि लोग यहाँ आते हैं और जब उनको पता चलता है कि बिल्कुल छोटा सा कट है, कोई ज़्यादा ब्लड शेडिंग नहीं है, कोई ज़्यादा हॉस्पिटल में स्टे नहीं है, क्या कहना चाहेंगे? नो डाउट कि सरकार ने 4 दिन की स्टे बोली है कि जो भी पेशेंट आएगा 4 दिन उसकी स्टे रहेगी, लेकिन घबराने वाली कोई बात नहीं है वो भी, क्योंकि अगर दूसरे दिन ही वैसे तो पेशेंट ठीक हो जाता है, लेकिन सरकार के नॉर्म्स हमें अप्लाई करने पड़ेंगे। नहीं, बिल्कुल सही बात है। अगर किसी मरीज़ को 4 दिन की ज़रूरत है तो 4 दिन भी रखेंगे, अगर उससे ज़्यादा भी ज़रूरत है तो भी रखेंगे। पर लेज़र सर्जरी का सबसे बड़ा फ़ायदा ही ये होता है कि वो डे केयर प्रोसीजर होता है। हालांकि हम मरीज़ को शाम तक भी छुट्टी करके भेज सकते हैं, लेकिन 24 आवर्स अपनी निगरानी में रख के उसको जब पेन रहित हो जाता है, खाना पीना शुरू कर लेता है, चल फिर पाता है, उसके बाद ही यहाँ से भेजा जाता है। डे केयर सर्जरी, लेज़र सर्जरी का सबसे बड़ा बेनिफिट ये है कि हॉस्पिटल स्टे कम है, क्योंकि रिकवरी फास्ट है, पेनलेस हो जाता है, कोई टाँकों की ज़्यादा केयर की ज़रूरत नहीं होती इसमें, इसीलिए इसके लिए ज़्यादा प्रमोट किया जाता है इसको, लेज़र सर्जरीज़ को। कोई शरीर पे कट नहीं है, इसलिए मरीज़ का वो डर, वो वहम कि कल को टाँका पके ना मेरा या कोई दिक्कत ना आए, वो सारों की कोई इसमें प्रॉब्लम ही नहीं आती है लेज़र सर्जरी। इसीलिए हमेशा इसी को प्रमोट कर रहे हैं हम लोग इसके लिए ज़्यादा। जैसा एक बहुत बड़ा सेशन होता है आपका पेशेंट के साथ, क्योंकि आप एनेस्थीसिया वाले हैं और काउंसलिंग आपका जो है बहुत ज़्यादा बड़ा होता है, क्या कहना चाहेंगे कि आप लोग कोशिश करते हैं कि कोई सिस्ट के साथ आया, वो कहता है कि मेरी बच्चेदानी निकाल दो, कि नहीं बचाओ बच्चेदानी को, सिस्ट को निकाल कर भी ये चीज़ हो जाएगी, क्योंकि डॉक्टर साहब के माइंड में हमेशा ये रहता है कि हम लोग जितना बचा सकें पेशेंट के अंगों को वो बचाएं। पेशेंट की प्री ऑपरेटिव काउंसलिंग प्रॉपर की जाती है, समझाया जाता है कि जो मिनिमम सर्जरी रिक्वायर्ड है वही कराई जाए, ठीक है। एक्सटेंड सर्जरी जब जरूरत नहीं पड़ती है तो नहीं करते हम लोग, लेकिन प्रॉपर काउंसलिंग करते हैं तो समझाते हैं इस बारे में कि जो मिनिमम सर्जरी है वो कराओ। एक दूसरा फ़ायदा जो हम लेप्रो सर्जरी में बताना चाहते हैं वो ये है कि हम लोग इसको जनरल एनेस्थीसिया में करते हैं, जिससे मरीज़ की रीढ़ की हड्डी में सुई बच जाती है, क्योंकि ज़्यादातर मरीज़ सिर्फ इस डर से कि रीढ़ की हड्डी में सुई लगेगी और कल को दुखेगा, वो वाला काम ही नहीं कर रहे हैं। यहाँ पे जनरल एनेस्थीसिया दे रहे हैं, ग्लूकोज के द्वारा बेहोश किया जा रहा है पेशेंट को, तो उससे रिकवरी पे भी काफ़ी फ़र्क पड़ रहा है पेशेंट्स को। जैसे स्टरलाइजेशन का बहुत बड़ा ध्यान रखा जाता है इस हॉस्पिटल में, क्या कहना चाहिए? वो तो बहुत ज़रूरी है, क्योंकि अच्छे रिजल्ट उसी पे डिपेंड करते हैं। तो हमारा ओटी रेगुलरली स्टरलाइज किया जाता है, ठीक है, ऑटोक्लेव का ध्यान रखा जाता है, उसके लिए हमने एक्सपर्ट भी रखे हुए हैं, जो ट्रेन स्टाफ है वो रखा हुआ है, जो राउंड द क्लॉक इस बात ध्यान रखता है कि सारे इंस्ट्रूमेंट, सारे सेट प्रॉपर स्टरलाइज किए जाए। इसके अलावा हॉस्पिटल में भी स्टरलाइजिंग को ध्यान रखा जाता है, वार्ड्स प्रॉपरली क्लीन किए जाते हैं दवाइयों के साथ, ताकि इन्फेक्शन कम से कम हो जाए। मैडम यहाँ का स्टाफ जो है उसको भी आप लोग जैसे काउंसिल करते हैं सुबह, भाई आप लोगों ने यहाँ सेवा करने के लिए आप यहाँ पर आए हैं, क्या कहना चाहेंगे कि हमारा स्टाफ जो है वो बहुत ही ट्रेंड और वेल क्वालिफाइड और उसके साथ साथ बहुत ज़्यादा पोलाइट, क्योंकि उन्होंने पेशेंट के साथ डील करना है। जी बिल्कुल, ये बहुत ज़रूरी है, क्योंकि मरीज़ के साथ पोलाइटली बात करना ही सबसे इम्पोर्टेंट है। आधी बीमारी तो शायद बात करने से ही निकल जाती है पेशेंट्स की, क्योंकि मरीज़ आता है अस्पताल में डर से, जब मरीज़ यहाँ कंफर्टेबल फील करता है, घर जैसा माहौल मिलता है, तो उसकी रिकवरी हम एक्सपेक्ट करते हैं कि उतनी फास्ट हो जाए। यहाँ पर हमने इनके लिए एक सीनियर ट्यूटर भी रखी हैं, जो स्टूडेंट्स हैं या जो स्टाफ है उनको टाइम टू टाइम हर चीज़ पे गाइड करते हैं। अगर कुछ चीज़ में नहीं समझ आ रहा, गलती करते हैं, तो वो उनको हम सिखाते हैं प्रोसीजर्स, कि भाई ये प्रोसीजर्स कैसे होना है। सीनियर्स की निगरानी में जूनियर्स भी सीख रहे हैं काम, तो उससे उनको भी फ़ायदा हो रहा है और मरीज़ तो बेनिफिटेड होता ही है फिर इस चीज़ से। डॉक्टर साहब, हम लोग पहले आए थे, अब आपने पेडिटिशियन और एमडी मेडिसिन, भगवान करे हम लोग जब अगली बार आए तो ये हॉस्पिटल और भी आगे बढ़े, जैसे आप लोग सेवा कर रहे हैं दोनों जने। और सबसे बड़ी बात है कि आप लोग वेलनेस पे काम कर रहे हैं। ये हॉस्पिटल जो है वो सेवा का केंद्र बन चुका है, और एनआरआईज जो बाहर से ही बोल देते हैं कि नहीं डॉक्टर शिल्पा के पास जाओ, डॉक्टर साहब के पास जाओ, और बहुत बड़ा उनका रुझान रहता है। जब हम नवंबर दिसंबर में देखते हैं तो आपके पास भी काफ़ी मतलब पहले से उनकी बुकिंग रहती है। आपका हमें समय देने के लिए सर बहुत बहुत धन्यवाद। थैंक यू। ਹੁਣ ਅਸੀਂ शिल्पी हॉस्पिटल 'ਚ डॉक्टर गौरव चोपड़ा जी ਦੇ ਨਾਲ। डॉक्टर स्वागत है ਤੁਹਾਡਾ। नमस्कार जी। डॉक्टर साहब ऑर्थोपेडिक सर्जन ने और लंबे समय तो अपनी सेवावां ਜਿਹੜੀਆਂ ਉਹ ਆਰਥੋਪੈਡਿਕ ਸਰਜਨ ਦੇ ਤੌਰ ਤੇ ਦੇ ਰਹੇ ਨੇ। डॉक्टर साहब ਕੀ ਕਹਿਣਾ ਚਾਹੋਗੇ ਕਿ ਅੱਜਕੱਲ ਬਹੁਤ ਜ਼ਿਆਦਾ ਰੁਝਾਨ ਵੱਧ ਗਿਆ ਹੈਗਾ ਲੋਕਾਂ ਦਾ, ਕਿਉਂਕਿ ਲੋਕ ਅੱਗੇ ਢਿੱਲ ਕਰ ਜਾਂਦੇ ਸੀਗੇ ਗੋਡੇ ਚੁੱਲੇ ਬਦਲਣ ਦੇ ਵਿੱਚ, ਲੇਕਿਨ ਅੱਜਕੱਲ ਜੋ ਅਵੇਅਰਨੈਸ ਹੋ ਗਈ ਪਬਲਿਕ ਨੂੰ ਔਰ ਜੋ ਰਿਜ਼ਲਟ ਆ ਰਹੇ ਨੇ, ਤੁਹਾਡੇ ਡਾਕਟਰ ਤੁਸੀਂ ਸਾਫ਼ ਸੁਥਰਾ ਕੰਮ ਕਰਕੇ ਦੇ ਰਹੇ ਹੋ, ਕੀ ਕਹਿਣਾ ਚਾਹੋਗੇ? ਆਪਾਂ ਤਾਂ ਇੰਨੇ ਕਹਿਣਾ ਚਾਹਾਂਗੇ ਕਿ ਗੋਡਿਆਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ, ਪਹਿਲਾਂ ਇਹ ਹੁੰਦੀ ਵੀ ਘੱਟ ਸੀ, ਪਹਿਲਾਂ ਲਾਈਫ ਐਕਸਪੈਕਟੈਂਸੀ ਵੀ ਘੱਟ ਸੀ, ਲੋਕਾਂ ਦੀ ਉਮਰ 60-65 ਸਾਲ ਹੁੰਦੀ ਸੀ। ਅੱਜ ਕੱਲ੍ਹ ਦੇ ਜ਼ਮਾਨੇ 'ਚ ਲੋਕਾਂ ਦੀ ਲਾਈਫ ਐਕਸਪੈਕਟੈਂਸੀ ਵੱਧ ਗਈ ਹੈ, 75-80 ਸਾਲ ਦੇ ਅਰਾਊਂਡ ਲੋਕੀ ਜੀਣ ਲੱਗ ਪਏ ਨੇ। ਤਾਂ
ਨੈਚੁਰਲ ਜੀ ਗੱਲ ਹੈ, ਜਦੋਂ ਏਜ ਵੱਧ ਜਾਂਦੀ ਹੈ, ਲੰਬਾ ਜੀਂਦੇ ਨੇ, ਤਾਂ ਲੰਬਾ ਜੀਣ ਨਾਲ ਜਿਹੜੀਆਂ ਲੰਬੀਆਂ ਬਿਮਾਰੀਆਂ ਨੇ ਉਹ ਜ਼ਿਆਦਾ ਆਉਂਦੀਆਂ ਨੇ। ਅੱਗੇ ਸ਼ੂਗਰ ਬੀਪੀ ਚੀਜ਼ਾਂ ਘੱਟ ਹੁੰਦੇ ਸਨ, ਉਹ ਵੀ ਵੱਧ ਗਈਆਂ ਨੇ। ਉਸੇ ਅਕੋਰਡਿੰਗ ਹੀ ਜਿਹੜੀਆਂ ਗੋਡੇ ਦੀਆਂ ਪ੍ਰੋਬਲਮ ਆ, ਹੱਡੀ ਦੀ ਪ੍ਰੋਬਲਮ ਆ, ਚੂਲੇ ਦੀ ਪ੍ਰੋਬਲਮ ਆ, ਇਹ ਵੀ ਉਹਦੇ ਅਕੋਰਡਿੰਗ ਹੀ ਹੁਣ ਵੱਧ ਗਈਆਂ ਹੋਈਆਂ ਨੇ। ਬਾਕੀ ਥੋੜ੍ਹਾ ਜਿਹਾ ਲਾਈਫ ਸਟਾਈਲ ਦਾ ਵੀ ਹੈ। ਪਹਿਲਾਂ ਲੋਕੀ ਕੰਮ ਹੱਥੀਂ ਬਹੁਤ ਕਰਦੇ ਸੀ, ਹੁਣ ਕੰਮ ਨਹੀਂ ਕਰਦੇ। ਜਦੋਂ ਜਾਣਾ ਬਾਹਰ, ਥੱਲੇ ਗੱਡੀ ਸਕੂਟਰ ਹੋਣਾ ਚਾਹੀਦਾ, ਉਸ ਤੋਂ ਬਿਨਾਂ ਚੱਲਦੇ ਨਹੀਂ। ਵੇਟ ਬਹੁਤ ਜ਼ਿਆਦਾ ਵੱਧ ਗਏ ਨੇ, ਉਹਨਾਂ ਦੇ ਕਰਕੇ ਗੋਡੇ ਜਿਹੜੇ ਆ ਉਹ ਜ਼ਿਆਦਾ ਖਰਾਬ ਹੁੰਦੇ ਆ। ਇਹ ਮੇਨ ਕਾਰਨ ਨੇ। ਦੱਸੋ, ਚੂਲੇ ਦੇ ਤੁਸੀਂ ਆਪਰੇਸ਼ਨ ਦੀ ਗੱਲ ਆਪਾਂ ਗੱਲ ਕਰ ਲਈਏ, ਕੀ ਕਹਿਣਾ ਚਾਹੋਗੇ ਕਿ ਬਹੁਤ ਛੋਟੇ ਜਿਹੇ ਕੱਟ ਅੱਜ ਕੱਲ੍ਹ ਉਹ ਚੀਜ਼ਾਂ ਜਿਹੜੀਆਂ ਪਹਿਲਾਂ ਵਾਲੀਆਂ ਵੱਡੇ ਆਪਰੇਸ਼ਨ ਦੀਆਂ ਵਾਲੀਆਂ ਗੱਲਾਂ, ਵੱਡੇ ਕੱਟ, ਉਹ ਚੀਜ਼ਾਂ ਖਤਮ ਹੋ ਚੁੱਕੀਆਂ। ਅੱਜ ਕੱਲ੍ਹ ਚੂਲੇ ਦੇ ਆਪਰੇਸ਼ਨ ਵੀ ਬੜੇ ਅਸੀਂ ਪ੍ਰਸਾਈਜ਼ ਕਰਤੇ ਨੇ ਔਰ ਉਹਨਾਂ ਦੇ ਵਿੱਚ ਬੜੇ ਕੱਟ ਲੱਗਦੇ ਨੇ। ਅੱਜ ਕੱਲ੍ਹ ਜਿਹੜਾ ਮਰਜ਼ੀ ਆਪਰੇਸ਼ਨ ਹੋਵੇ, ਚਾਹੇ ਚੂਲੇ ਦੀ ਹੱਡੀ ਟੁੱਟੀ ਦਾ ਆਪਰੇਸ਼ਨ ਹੋਵੇ, ਚਾਹੇ ਚੂਲੇ ਬਦਲਣ ਦਾ ਆਪਰੇਸ਼ਨ ਹੋਵੇ, ਚਾਹੇ ਗੋਡੇ ਦਾ ਆਪਰੇਸ਼ਨ ਬਦਲਣ ਦਾ ਹੋਵੇ, ਚਾਹੇ ਕੋਈ ਐਕਸੀਡੈਂਟਲ ਵਾਲਾ ਕੇਸ ਵੀ ਹੋਵੇ ਕਿ ਲੱਤ ਟੁੱਟ ਗਈ, ਬਾਂਹ ਟੁੱਟ ਗਈ, ਉਹਨਾਂ ਦੇ ਵਿੱਚ ਅੱਜ ਕੱਲ੍ਹ ਕੀ ਹੈ ਕਿ ਅੱਜ ਪੇਸ਼ੈਂਟ ਐਡਮਿਟ ਹੋਇਆ, ਅੱਜ ਆਪਰੇਸ਼ਨ ਹੋਏਗਾ, ਅਗਲੇ ਦਿਨ ਜੇ ਲੱਤ ਟੁੱਟੀ ਹੈ ਤਾਂ ਲੱਤ ਮੁੜਨੀ ਸ਼ੁਰੂ ਕਰ ਦਿੰਦੇ ਹਾਂ, ਲੱਤ 'ਤੇ ਹਲਕਾ ਜਿਹਾ ਵਜ਼ਨ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਜੇ ਗੋਡਾ ਬਦਲਦੇ ਹਾਂ ਤਾਂ ਅਗਲੇ ਦਿਨ ਪੇਸ਼ੈਂਟ ਨੂੰ ਚਲਾ ਦਿੰਦੇ ਹਾਂ। ਛੋਟਾ ਘੱਟ ਚੀਰਾ ਲੱਗਦਾ, ਘੱਟ ਬਲੱਡ ਲੋਸ ਨਹੀਂ ਹੁੰਦਾ ਅਤੇ ਰਿਕਵਰੀ ਬਹੁਤ ਛੇਤੀ ਹੁੰਦੀ ਹੈ। ਜੇ ਚੂੜਾ ਬਦਲਦੇ ਆ ਤਾਂ ਉਹ ਵੀ ਨੈਕਸਟ ਡੇ ਚੱਲਣ ਲੱਗ ਪੈਂਦੇ ਆ, ਫੁੱਲ ਵੇਟ ਬੇਅਰਿੰਗ, ਮਤਲਬ ਪੂਰਾ ਵਜ਼ਨ ਪਾ ਕੇ ਤੁਰ ਸਕਦੇ ਆ। ਅਤੇ ਕੋਈ ਐਕਸੀਡੈਂਟਲ ਕੇਸ ਵੀ ਹੋਵੇ, ਬਾਂਹ ਦੀ ਹੱਡੀ ਟੁੱਟੀ ਹੈ, ਤਾਂ ਅਗਲੇ ਦਿਨ ਅੱਜ ਕੱਲ੍ਹ ਪ੍ਰੋਸੈਸ ਇਹ ਹੈ ਕਿ ਜਿੰਨੀ ਛੇਤੀ ਬੰਦੇ ਦੀ ਮੂਵਮੈਂਟ ਕਰਾਂਗੇ ਉਨਾ ਉਹਦਾ ਰਿਜ਼ਲਟ ਵਧੀਆ ਆਉਂਦਾ। ਦੱਸੋ, ਕੀ ਕਹਿਣਾ ਚਾਹੋਗੇ ਕਿ ਇੱਕ ਮਲਟੀ ਸਪੈਸ਼ਲਿਟੀ ਅਪਰੋਚ ਵਾਲਾ ਹਸਪੀਟਲ ਹੈ ਜਿਹਦੇ ਵਿੱਚ ਐਮਡੀ ਮੈਡੀਸਨ, ਜਿਹਦੇ ਵਿੱਚ ਰਾਉਂਡ ਦੀ ਕਲੋਕ ਅਨਸਥੀਸੀਆ ਵਾਲੇ, ਜਿਹਦੇ ਵਿੱਚ ਸਰਜਨ, ਇੱਕ ਬੈਸਟ ਜਿਹੜੀ ਹੈਗੀ ਆ ਤੁਹਾਨੂੰ ਟਰਸ਼ੀ ਕੇਅਰ ਮਿਲ ਰਹੀ ਹੈ। ਬਿਲਕੁਲ ਜੀ, ਇਹ ਤਾਂ ਹੁੰਦਾ ਹੀ ਹੈ ਕਿ ਜਦੋਂ ਅੱਜ ਕੱਲ੍ਹ ਕੀ ਚੀਜ਼ ਹੁੰਦੀ ਹੈ ਕਿ ਕੋਈ ਪੇਸ਼ੈਂਟ ਆ ਰਿਹਾ, ਉਹਨੇ ਆਪਣਾ ਸਮਝ ਲਓ, ਇੱਕ ਆਪਾਂ ਫਰਜ਼ ਕਰੀਏ ਐਗਜ਼ਾਮਪਲ ਕਿ ਪੇਸ਼ੈਂਟ ਆਇਆ, ਉਹਨੇ ਆਪਣੇ ਗੋਡੇ ਰਿਪਲੇਸ ਕਰਾਉਣੇ ਆ। ਗੋਡੇ ਰਿਪਲੇਸ ਕੋਈ ਯੰਗ ਪੇਸ਼ੈਂਟ ਦੇ ਤਾਂ ਹੁੰਦੇ ਨਹੀਂ। ਗੋਡੇ ਰਿਪਲੇਸ ਹੁੰਦੇ ਆ ਯੂਜ਼ਲੀ 50 ਸਾਲ ਤੋਂ ਬਾਅਦ ਜਾਂ 55 ਸਾਲ ਤੋਂ ਬਾਅਦ, ਜਿਹੜੀਆਂ ਫੀਮੇਲ ਹੁੰਦੀਆਂ ਨੇ 55, 60, 65 ਇਸ ਉਮਰ ਦੇ ਹੀ ਜਿਹੜੇ ਮੋਸਟਲੀ ਪੇਸ਼ੈਂਟ ਹੁੰਦੇ ਆ। ਅਤੇ ਇਸ ਉਮਰ ਦੇ ਵਿੱਚ ਉਹਨਾਂ ਨੂੰ ਸ਼ੂਗਰ, ਬੀਪੀ, ਕੋਈ ਥੋੜ੍ਹੀ ਮੋਟੀ ਹਾਰਟ ਦੀ ਦਿੱਕਤ, ਕੋਈ ਥਾਇਰਾਇਡ ਦੀ ਦਿੱਕਤ, ਇਹ ਸਭ ਦਿੱਕਤਾਂ ਹੁੰਦੀਆਂ ਨੇ। ਤਾਂ ਉਹਦੇ ਵਾਸਤੇ ਮਲਟੀ ਡਿਸਪਲਿਨਰੀ ਅਪਰੋਚ, ਸਾਰੇ ਸਪੈਸ਼ਲਿਸਟ, ਮੈਡੀਸਿਨ ਦੇ ਡਾਕਟਰ, ਬੇਹੋਸ਼ੀ ਦੇ ਡਾਕਟਰ, ਸਰਜਰੀ ਦੇ ਡਾਕਟਰ, ਉਹ ਸਭ ਹੋਣੇ ਚਾਹੀਦੇ ਨੇ। ਇਨ ਕੇਸ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਇੱਕ ਤੋਂ ਦੂਸਰੇ ਹਸਪਤਾਲ ਨਾਲ ਜਾਣਾ ਪਵੇ, ਤੁਹਾਡੇ ਸਾਰੇ ਡਾਕਟਰ ਹਸਪਤਾਲ ਦੇ ਵਿੱਚ ਹੀ ਅਵੇਲੇਬਲ ਨੇ। ਤੁਹਾਡੀ ਕੋਈ ਪ੍ਰੋਬਲਮ ਹੈ, ਉਸ ਡਾਕਟਰ ਨੇ ਆ ਕੇ ਦੇਖ ਲਿਆ ਜੀ, ਆਹ ਚੀਜ਼ ਕਰ ਦਿਓ, ਦੂਸਰੇ ਨੇ ਦੇਖ ਲਿਆ ਆਹ ਚੀਜ਼ ਕਰ ਦਿਓ। ਉਹਨੂੰ ਅੱਜ ਕੱਲ੍ਹ ਮਲਟੀ ਡਿਸਪਲਿਨਰੀ ਜਾਂ ਫਿਰ ਆਪਾਂ ਕਹਿੰਦੇ ਮਲਟੀ ਸਪੈਸ਼ਲਿਟੀ ਅਪਰੋਚ ਕਹਿੰਦੇ। ਉਸ ਚੀਜ਼ ਨਾਲ ਪੇਸ਼ੈਂਟ ਦੀ ਖੱਜਲ ਖੁਆਰੀ ਬਹੁਤ ਘੱਟ ਜਾਂਦੀ ਹੈ। ਪੇਸ਼ੈਂਟ ਨੂੰ ਇੱਕੋ ਹਸਪਤਾਲ, ਇੱਕੋ ਰੂਫ ਦੇ ਥੱਲੇ ਸਭ ਕੁਝ ਮਿਲ ਜਾਂਦਾ। ਦੱਸੋ, ਕੀ ਕਹਿਣਾ ਚਾਹੋਗੇ ਕਿ ਜਿਹੜੀਆਂ ਕਾਫੀ ਸਕੀਮਾਂ ਜਿਹੜੀਆਂ ਹੈਗੀਆਂ ਉਹ ਇੱਥੇ ਹਸਪੀਟਲ 'ਚ ਕੈਸ਼ਲੈਸ ਵੀ ਹੈਗੀਆਂ, ਔਰ ਜਿਨ੍ਹਾਂ ਨੇ ਗੋਡੇ ਚੁੱਲੇ ਬਦਲਾਉਣੇ ਦੇਰ ਨਾ ਕਰਨ, ਆਉਣ ਇੱਕ ਵਾਰੀ ਸ਼ਿਲਪੀ ਹਸਪੀਟਲ ਵਿਜ਼ਿਟ ਕਰਨ। ਸਕੀਮਾਂ ਦੇ ਵਿੱਚ ਜੇ ਆਪਾਂ ਲਗਾਈਏ ਇੰਸ਼ੋਰੈਂਸ ਕੇਸਿਸ ਨੇ, ਜਿਵੇਂ ਕਿ ਕੋਈ ਵੀ ਮੈਡੀਕਲੇਮ ਵਾਲੇ ਨੇ ਜਾਂ ਜਿਨ੍ਹਾਂ ਦੀ ਹੈਲਥ ਇੰਸ਼ੋਰੈਂਸ ਹੋ ਰੱਖੀ ਹੈ, ਉਹਦੇ ਵਿੱਚ ਲਗਭਗ ਜਿੰਨੀਆਂ ਵੀ ਇੰਸ਼ੋਰੈਂਸਿਸ ਹੈਗੀਆਂ ਉਹ ਸਾਡੇ ਕੋਲ ਸਾਰੀਆਂ ਅਵੇਲੇਬਲ ਨੇ ਇੱਥੇ। ਪਲੱਸ ਜਿਵੇਂ ਆਯੁਸ਼ਮਾਨ ਹੈ, ਆਯੁਸ਼ਮਾਨ ਦੇ ਵਿੱਚ ਜਾਂ ਜਿਵੇਂ ਮੁੱਖ ਮੰਤਰੀ ਸਿਹਤ ਬੀਮਾ ਕਹਿ ਲਓ, ਉਸ ਦੇ ਵਿੱਚ ਜਿਹੜੇ ਐਕਸੀਡੈਂਟਲ ਕੇਸ ਨੇ, ਜਿਵੇਂ ਕਿਸੇ ਦੀ ਹੱਡੀ ਟੁੱਟ ਜਾਂਦੀ ਹੈ ਜਾਂ ਕਿਸੇ ਦਾ ਚੂਲਾ ਟੁੱਟ ਜਾਂਦਾ, ਸਿਰਫ ਹੱਡੀ ਟੁੱਟੀ, ਚੂਲਾ ਟੁੱਟੇ, ਇਹੀ ਕੇਸ ਜਿਹੜੇ ਆ ਉਹ ਆਯੁਸ਼ਮਾਨ ਦੇ ਵਿੱਚ ਕੁਝ ਹੱਦ ਤੱਕ ਕਵਰ ਨੇ। ਅਰਾਊਂਡ 80-90% ਉਹ ਕਵਰ ਹੁੰਦੇ ਨੇ। ਜੇ ਆਪਾਂ ਕਹੀਏ ਕਿ ਜੇ ਗੋਡਾ ਬਦਲਣਾ ਜਾਂ ਚੂਲਾ ਬਦਲਣ ਵਾਲੀ ਸਰਜਰੀ ਹੈ, ਉਹ ਸਰਕਾਰ ਨੇ ਪ੍ਰਾਈਵੇਟ ਹਸਪੀਟਲ ਵਾਸਤੇ ਰਿਜ਼ਰਵ ਰੱਖੀ ਹੋਈ ਹੈ। ਮਤਲਬ ਉਹ ਜਿਹੜਾ ਗੋਡਾ ਬਦਲਣਾ ਜਾਂ ਚੂਲਾ ਬਦਲਣਾ, ਉਹ ਉਹਨਾਂ ਨੂੰ ਗੌਰਮੈਂਟ ਹਸਪੀਟਲ ਜਾਂ ਮੈਡੀਕਲ ਕਾਲਜ 'ਚ ਹੀ ਕਰਾਉਣਾ ਪਏਗਾ। ਉਹਦੇ ਵਾਸਤੇ ਆਪਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਨੂੰ ਪੈਕੇਜ ਨਹੀਂ ਕਰ ਸਕਦੇ। ਉਹ ਪੈਕੇਜ ਰਿਜ਼ਰਵ ਸਿਰਫ ਗੌਰਮੈਂਟ ਹਸਪੀਟਲ ਵਾਸਤੇ ਹੀ ਹੈ। ਬਾਕੀ ਜਿਹੜੀ ਫ੍ਰੈਕਚਰ ਨਾਲ ਰਿਲੇਟਡ ਸਰਜਰੀ ਹੈ ਜਾਂ ਕੁਝ ਕੁ ਜਿਵੇਂ ਪਿੱਤੇ ਦੀ, ਗੁਰਦੇ ਦੀ ਪੱਥਰੀ ਹੈ, ਉਹ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਹਸਪਤਾਲ ਜਾਂ ਸਾਡੇ ਹਸਪਤਾਲ ਸ਼ਿਲਪੀ ਹਸਪਤਾਲ ਦੇ ਵਿੱਚ ਸਭ ਕਵਰ ਹੈ, ਉਹ ਆਯੁਸ਼ਮਾਨ ਕਾਰਡ ਦੇ ਅੰਡਰ ਹੋ ਜਾਂਦੀਆਂ ਨੇ। ऐसा बहुत बहुत धन्यवाद सानू समझ देने लिए। थैंक यू। अभी हम शिल्पी हॉस्पिटल में डॉक्टर तानिया जी के साथ, जो एमडी मेडिसिन है और सोनोलॉजिस्ट हैं, बात कर रहे हैं। डॉक्टर साहब, स्वागत आपका। थैंक यू। डॉक्टर साहब, क्या कहना चाहेंगे एक मल्टी स्पेशलिटी अप्रोच, जो जब भी पेशेंट शिल्पी हॉस्पिटल में आता है तो उसको किसी भी तरह की कोई भी प्रॉब्लम हो तो हर प्रॉब्लम का, चाहे वो पेडिट्रिशियन के साथ संबंधित हो, चाहे वो गायनी की हो, चाहे वो ट्रोमा का पेशेंट हो,
हर तरह की फैसिलिटी यहाँ पर अवेलेबल है। हाँ जी, ये हम बहुत ही अच्छी सर्विसेज प्रोवाइड कर रहे हैं एट शिल्पी हॉस्पिटल। यहाँ पर अगर पेशेंट आएगा तो उसे एक ही रूफ के अंदर सारी फैसिलिटीज़ देखने को मिलेंगी, बी इट बी अ सर्जन, गायनी, पीडियाट्रिक केयर और मेडिसिन केयर, एंड ऑल्सो वी हैव लॉन्च्ड नाउ रेडियोलॉजिकल थिंग हेयर विच इंक्लूड्स अल्ट्रासाउंड एंड एक्सरे। डॉक्टर साहब क्या कहना चाहेंगे कि इन हाउस ही जब अल्ट्रासाउंड हो जाता है साथ ही साथ, क्योंकि पेडियाट्रिशियन यहाँ पर, गायनेकोलॉजिस्ट यहाँ पर, सर्जन यहाँ पर, तो जैसे आपने एक रूफ की बात कही है तो उसके लिए पेशेंट के लिए ईज हो जाता है, नहीं तो पेशेंट घबरा कर कहीं भी दूर जाना पड़े, कहीं और जाना पड़े। जब विद इन प्रीमिसेस ये चीज़ें मिलती हैं तो उसके साथ काफ़ी ईज हो जाता है। डेफिनेटली आप सही कह रहे हैं, अंडर एक रूफ सब फैसिलिटीज़ होना हॉस्पिटल के लिए भी एडवांटेज है और पेशेंट के लिए भी। पेशेंट का ट्रैवल डिस्टेंस कम हो जाता है और उसको बेटर डायग्नोस्टिक्स और फैसिलिटी केयर एक ही रूफ के अंडर मिल जाती है, तो ये दोनों के लिए बेनिफिशियल है। डॉक्टर साहब क्या कहना चाहेंगे कि फैटी लिवर भी आजकल बहुत ज़्यादा आ रहा है और आप एमडी मेडिसिन है, सोनोलॉजिस्ट हैं, क्या कहना चाहेंगे? काफ़ी मतलब इसका भी बढ़ रहा है, आप तो रोज़ करते हैं स्कैन। फैटी लिवर देखने को काफ़ी मिलता है, वो भी बेसिकली एक लाइफस्टाइल डिजीज़ है, बट क्योंकि अवेयरनेस इंक्रीज़ हो रही है अगेंस्ट पाम ऑयल, मैदे वाली चीज़ें, तो लोग अवेयर भी हैं और इनफैक्ट कुछ पेशेंट्स तो सिर्फ फैटी लिवर चेक करवाने के लिए हमारे पास अल्ट्रासाउंड करवाने आते हैं, तो इट इज़ अ गुड थिंग। ये लाइफस्टाइल डिजीज़ है, विद लाइफस्टाइल मॉडिफिकेशन इजीली फैटी लिवर ग्रेड 1-2 तक कंट्रोलेबल है। जैसे क्या कहना चाहेंगे कि यहाँ रिपोर्टिंग जो है वो साथ ही साथ मिल जाती है, क्योंकि राउंड दी आप भी यहाँ पर अवेलेबल रहते हैं एज ए सोनोलॉजिस्ट? हाँ जी, पेशेंट जैसे ही आता है विद इन 15 मिनट्स उसका अल्ट्रासाउंड होकर हम रिपोर्ट कोशिश करते हैं कि तभी की तभी उसको हैंड ओवर हो जाए और साथ ही सही टाइम पर उसका ट्रीटमेंट स्टार्ट हो जाए। जैसे क्या कहना चाहेंगे? बिल्कुल मॉडर्न अल्ट्रासाउंड हमारे पास है जिसके साथ हम लोग काफ़ी कुछ इन्वेस्टिगेट केवल वो वाला आजकल जो है चीज़ें, जैसे हार्ट की भी है, जैसे आपने फैटी लिवर का बोला, तो हम लोग काफ़ी इन्वेस्टिगेट कर सकते हैं। काफ़ी इंटरवीनिंग आ गए हैं आजकल के जो अल्ट्रासाउंड हैं। हाँ जी, आजकल 3D अल्ट्रासाउंड्स भी होने लग गए हैं, जिसमें कि हम बेबी की प्रॉपर ग्रोथ देख सकते हैं, जिसको हम लेवल 2 स्कैन बोलते हैं। उसके अंदर बेबी की ग्रोथ, कोई भी मैलफॉर्मेशन है अगर किसी ऑर्गन के अंदर, और प्लेसेंटा की लोकेशन, फीटल ग्रोथ, साइज, सब कुछ हम इजीली मेजर कर सकते हैं और टाइमली इंटरवीन कर सकते हैं इन केस किसी भी पैरामीटर में कोई एब्नॉर्मेलिटी है। डॉक्टर साहब बहुत बहुत धन्यवाद आपका समय देने के लिए। थैंक यू। डॉक्टर साहब पहले तो आप लोग बधाई के पात्र हो कि आप लोग दिन ब दिन नई नई चीज़ें जो है इंट्रोड्यूस करते रहते हैं, और क्या कहना चाहेंगे कि ये सारी टीम और इसके साथ और भी डॉक्टर्स की काफ़ी लंबी टीम है, क्योंकि हॉस्पिटल में भी अभी पेशेंट्स हैं, क्या कहना चाहेंगे? मैं ऐसे कहना चाहूँगा कि जैसे आज आपके पास हमारी सारी टीम बैठी है, इनमें जैसे डॉक्टर शिल्पी खन्ना है, ये हमारे चीफ सर्जन हैं प्लस गायनेकोलॉजिस्ट हैं, ठीक है। डॉक्टर गौरव खन्ना है, ये हमारे हेड ऑफ द डिपार्टमेंट एनेस्थीसिया और क्रिटिकल केयर के हैं। डॉक्टर तानिया हैं जो इंटरनल मेडिसिन का डिपार्टमेंट देखते हैं प्लस सोनोलॉजी डिपार्टमेंट देखते हैं। डॉक्टर राघव हैं जो पीडियाट्रिक्स का डिपार्टमेंट हमारा देखते हैं। माई सेल्फ डॉक्टर गौरव चोपड़ा, मैं ऑर्थो का डिपार्टमेंट देखता हूँ यहाँ पे। तो ये स्पेशलिटीज़ हमारे पास राउंड द क्लॉक 24 आवर्स अवेलेबल रहती हैं। जैसे क्या कहना चाहेंगे कि एक ही छत के नीचे जैसे यहाँ पर हमने देखा कि स्कैनिंग है, सोनोलॉजिस्ट है हमारे पास, गायनेकोलॉजिस्ट है हमारे पास, सर्जन है हमारे पास, आप ऑर्थोपेडिक सर्जन है, क्या कहना चाहेंगे कि धीरे धीरे हम लोग और जैसे अभी एमडी मेडिसिन आ गए हैं हमारे साथ, 2 एमडी मेडिसिन है हमारे पास, डॉक्टर तानिया और डॉक्टर अभिनव है, क्या कहना चाहेंगे कि आने वाले समय में हमारा और भी डायलिसिस यूनिट और मतलब इसको हम लोग और आगे बढ़ाते जाएंगे? यस, उसका हमारा प्लान है कि आगे हम इसको और मल्टी स्पेशलिटी में लेके जाएं, जैसे कि नेफ्रो का हमारा है, गैस्ट्रो का है, ये चीज़ें हम साथ में करेंगे। बट अभी के लिए फ़िलहाल हमारे पास जो सारी स्पेशलिटीज़ हैं इनको हम और एक्सप्लोर कर रहे हैं। हमारे पास हाईटेक आईसीयू है, हाईटेक ओटीज़ हैं, प्लस प्राइवेट रूम्स हैं, वार्ड्स हैं, ओपीडी है, अल्ट्रासाउंड की फैसिलिटी है, एक्सरे की फैसिलिटीज़ है, और एमरजेंसी के लिए कोई भी किसी भी तरह की एमरजेंसी हो, चाहे गायनेकोलॉजिकल हो, सर्जिकल हो, ऑर्थो रिलेटेड हो, पीडियाट्रिक्स रिलेटेड हो, तो वो एमरजेंसी हम सारी टैकल कर लेंगे यहाँ पे। अंकल जी की कहना चाहोगे कि एक मिशन ਹੁੰਦਾ ਬੰਦੇ ਦੇ ਮਾਈਂਡ ਦੇ ਵਿੱਚ, ਤੁਹਾਡੇ ਮਾਈਂਡ 'ਚ ਮਿਸ਼ਨ ਸੀਗਾ ਕਿ ਅਸੀਂ ਸੇਵਾ ਕਰਨੀ ਹੈ ਲੋਕਾਂ ਦੀ, ਔਰ ਉਹੀ ਤੁਹਾਡਾ ਬੇਟਾ ਜਿਹੜਾ ਅੱਜ
25 ਸਾਲ ਤੋਂ ਵੱਧ ਹੋ ਗਏ ਸੇਵਾ ਕਰਦਿਆਂ ਨੂੰ, ਔਰ ਪੁੱਤਰ ਉਹਦੇ ਜਿਹਦਾ ਨਾਮ ਪੂਰਾ ਚੱਲਦਾ ਸ਼ਿਲਪਾ ਦੇ ਨਾਮ ਨਾਲ, ਹਸਪੀਟਲ ਵੀ ਸ਼ਿਲਪਾ ਦੇ ਨਾਮ ਨਾਲ ਚੱਲਦਾ, ਔਰ ਵੈਸੇ ਵੀ ਲੋਕ ਜਿਹੜੇ ਹੈਗੇ ਬਹੁਤ ਜ਼ਿਆਦਾ ਪ੍ਰੈਫਰ ਕਰਦੇ ਨੇ। ਕਿੱਦਾਂ ਲੱਗਦਾ, ਕੀ ਕਹਿਣਾ ਚਾਹੋਗੇ? ਤੁਹਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ। ਦੱਸ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ, ਔਰ ਬੇਟਾ ਕਰ ਰਿਹਾ। ਹਾਂਜੀ ਕਰ ਰਹੇ ਕੋਟਾ ਨੂੰ ਵਿਦਿਆ ਦੀ ਹੱਬ ਕਿਹਾ ਜਾਂਦਾ, ਔਰ ਕੋਟਾ ਤੋਂ ਤੁਸੀਂ ਇਸ ਸਾਡੀ ਬੇਟੀ ਨੂੰ ਜਿਹੜੀ ਸ਼ਿਲਪਾ ਹੈ, ਜਿਸ ਤਰੀਕੇ ਦੇ ਨਾਲ ਪੜ੍ਹਾ ਕੇ ਐਡੀ ਵੱਡੀ ਡਾਕਟਰ ਬਣਾ ਕੇ ਇਹ ਲੁਧਿਆਣੇ ਦੇ ਵਿੱਚ ਅੱਜ ਇੱਕ ਆਪਣਾ ਯੂਨਿਟ ਚਲਾ ਰਹੀ ਆ, ਕਿੱਦਾਂ ਲੱਗ ਰਿਹਾ ਹੈਗਾ ਜਦੋਂ ਆਪਾਂ ਦੇਖਦੇ ਹਾਂ ਕਿ ਸਾਰਿਆਂ ਦੇ ਮੂੰਹਾਂ ਤੇ ਖੁਸ਼ੀ, ਔਰ ਸਿੰਗਲ ਮੈਨ ਸ਼ੋ ਵਾਂਗੂ ਦੋਨੇ ਜਾਣੇ ਜਿਹੜੇ ਹੈਗੇ ਨੇ ਕੰਮ ਕਰਦੇ ਨੇ, ਉਹ ਐਨਸੀਸੀਆ ਵਾਲੇ, ਉਹ ਸਰਜਨ, ਕਿਉਂਕਿ ਇਹਨਾਂ ਦਾ ਇੱਕ ਵੱਡਾ ਮੇਲ ਹੁੰਦਾ ਸਰਜਨ ਦਾ ਤੇ ਐਨਸੀਸੀਆ वाले ਦਾ। जब ये डॉक्टर बन के आई और सर्जरी में वर्क करने लगी, उस समय मैंने सोचा था कि एनेस्थेटिक की डॉक्टर मेरे को चाहिए, तो डॉक्टर गौरव मुझे मिले। ही वॉज द फर्स्ट पर्सन जो कि मैंने जिसको प्रपोज हुए, जिसके शिल्पी के लिए मैंने इनको लिया। इन दोनों की मेहनत जितनी रही अनरिमार्केबल है, इतनी जल्दी राइज जो इन्होंने किया, और मैं सोचता हूँ कि और इससे ज़्यादा राइज करें और मल्टी स्पेशलिटी की तरफ जाएं। डॉक्टर साहब ने कहा कि गैस्ट्रो और नेफ्रो की तरह, मैं ये चाहता हूँ कि दे विल राइज फॉर द कार्डियो, न्यूरो, गैस्ट्रो एंड दैट। क्या कहना चाहेंगे कि जैसे आज का जो सिनेरियो है जिसमें हम लोग देख सकते हैं कि लोग जो है सीडेड हो जाते हैं, लेकिन ये एनर्जेटिक हैं। जब हम देखते हैं कभी मिस्त्री नहीं हटे, कोई ना कोई चीज़ नहीं है, लोग इंट्रोड्यूस करते रहते हैं। इनको करना चाहिए, और जितनी ये सेवा कर सकें, जितना भी ये फैसिलिटीज़ पब्लिक को दे सकें, उसमें से अगर दशवंत निकाल के भी अगर किसी को देवें, उससे बढ़िया कोई चीज़ नहीं होगी। और डॉक्टर गौरव चोपड़ा का, डॉक्टर राघव का, डॉक्टर तानिया का, अभिनव का, एक डॉक्टर मनिंदर थे, इनके जो एसोसिएशन रिलेशनशिप इनके साथ रही, और जो एफर्ट्स इन्होंने इनको किए और इनको राइज करने में साथ दिया, इट इज़ थैंक्स फॉर ऑल द डॉक्टर्स। थैंक यू।